ਨਮਸਕਾਰ, ਤੁਸੀਂ ਸੁਣ ਰਹੇ ਹੋ ਮਾਨਵ ਪਰਿਚੈ। ਪਿਛਲੇ ਐਪੀਸੋਡ ਵਿੱਚ ਜੱਜ ਹਰੀਸ਼ ਚੰਦਰ ਦੇ ਮਾਨਵਵਾਦੀ ਨਿਆਂ ਨੇ ਨਾਸਿਰ ਦੇ ਹਿਰਦੇ ਵਿੱਚ ਨਫ਼ਰਤ ਦੀਆਂ ਕੰਧਾਂ ਤੋੜ ਦਿੱਤੀਆਂ ਸਨ। ਹੁਣ ਜੇਲ੍ਹ ਵਿੱਚ ਚੰਗਾ ਸਾਹਿਤ ਪੜ੍ਹ ਕੇ ਨਾਸਿਰ ਖੁਦ ਨੂੰ ਇੱਕ ਬਿਹਤਰ ਇਨਸਾਨ ਵਿੱਚ ਬਦਲ ਰਿਹਾ ਹੈ। ਪਰ ਨਾਸਿਰ ਇਸ ਗੱਲ ਤੋਂ ਅਣਜਾਣ ਹੈ ਕਿ ਉਸਦੇ ਆਪਣੇ ਸੱਚੇ ਬੋਲ ਹੀ ਉਸਦੇ ਲਈ ਮੁਸੀਬਤ ਬਣ ਚੁੱਕੇ ਹਨ। ਨਾਸਿਰ ਨੇ ਕੋਰਟ ਵਿੱਚ ਕਿਹਾ ਸੀ, ਤੁਸੀਂ ਤਾਂ ਕਿਸੇ ਮੁਸਲਮਾਨ ਨਾਲੋਂ ਵੀ ਵਧੇਰੇ ਚੰਗੇ ਮੁਸਲਮਾਨ ਹੋ। ਕੱਟੜਪੰਥ ਦਾ ਜਵਾਬੀ ਹਮਲਾ। ਅਖਬਾਰਾਂ ਵਿੱਚ ਛਪੀ ਇਹ ਗੱਲ ਕੱਟੜਪੰਥੀਆਂ ਨੂੰ ਆਪਣੀ ਆਲੋਚਨਾ ਲੱਗੀ। ਉਹਨਾਂ ਨੇ ਨਾਸਿਰ ਦੇ ਵਿਰੁੱਧ ਫਤਵਾ ਜਾਰੀ ਕਰ ਦਿੱਤਾ, ਸਮਾਜ ਵਿੱਚ ਉਸਦੇ ਬਾਈਕਾਟ ਦਾ ਨਿਰਦੇਸ਼। ਰਿਹਾਈ। ਜਦੋਂ ਨਾਸਿਰ ਜੇਲ੍ਹ ਤੋਂ ਰਿਹਾ ਹੋਇਆ ਤਾਂ ਫਤਵੇ ਦੇ ਕਾਰਨ ਉਸਦਾ ਕੋਈ ਦੋਸਤ ਉਸਦਾ ਸਵਾਗਤ ਕਰਨ ਨਹੀਂ ਆਇਆ। ਪਰ ਮਾਂ ਦਾ ਪਿਆਰ ਕਿਸੇ ਫਤਵੇ ਦਾ ਮੁਹਤਾਜ ਨਹੀਂ ਹੁੰਦਾ। ਇਕੱਲੀ ਕਮਜ਼ੋਰ ਅੰਮੀ ਨੇ ਜੇਲ੍ਹ ਦੇ ਗੇਟ ਤੇ ਉਸਦਾ ਸਵਾਗਤ ਕੀਤਾ। ਨਾਸਿਰ ਹੁਣ ਨਿਮਰਤਾ ਨਾਲ ਆਪਣੀ ਵਰਕਸ਼ਾਪ ਚਲਾਉਂਦਾ ਹੈ, ਘੱਟ ਫੀਸ ਲੈਂਦਾ ਹੈ ਅਤੇ ਗਾਹਕਾਂ ਨੂੰ ਖੁਸ਼ ਦੇਖ ਕੇ ਸਕੂਨ ਪਾਉਂਦਾ ਹੈ। ਪਿਛਲੇ 3 ਸਾਲਾਂ ਦੀ ਕੜਵਾਹਟ ਨੂੰ ਧੋ ਕੇ ਉਹ ਜੀਵਨ ਦੀ ਨਵੀਂ ਪਾਰੀ ਸ਼ੁਰੂ ਕਰ ਚੁੱਕਾ ਹੈ। ਅਸੰਭਵ ਮੁਆਫੀ। ਨਾਸਿਰ ਨੂੰ ਰਿਹਾ ਹੋਏ 10 ਦਿਨ ਹੋਏ ਹਨ, ਪਰ ਉਹ ਆਪਣੀ ਰੂਹ ਦਾ ਬੋਝ ਹਲਕਾ ਕਰਨਾ ਚਾਹੁੰਦਾ ਹੈ। ਉਹ ਅੰਮੀ ਨੂੰ ਕਹਿੰਦਾ ਹੈ, ਕੱਲ ਤੁਸੀਂ ਮੇਰੇ ਨਾਲ ਚੱਲਿਓ। ਮੈਂ ਫਿਰਦੌਸ ਅਤੇ ਉਸਦੇ ਪਤੀ ਨੂੰ ਮਿਲ ਕੇ ਮੁਆਫੀ ਮੰਗਣੀ ਚਾਹੁੰਦਾ ਹਾਂ। ਅਤੀਤ ਤੋਂ ਦੂਰੀ। ਅੰਮੀ ਉਸਨੂੰ ਸਮਝਾਉਂਦੀ ਹੈ ਕਿ ਫਿਰਦੌਸ ਆਪਣੇ ਨਵੇਂ ਸੰਸਾਰ ਵਿੱਚ ਖੁਸ਼ ਹੈ ਅਤੇ ਅਤੀਤ ਦੇ ਭਿਆਨਕ ਪਰਛਾਵੇਂ ਉਸਤੇ ਨਹੀਂ ਪੈਣ ਦੇਣੇ ਚਾਹੀਦੇ। ਫਿਰ ਨਾਸਿਰ ਨੂੰ ਪਤਾ ਲੱਗਦਾ ਹੈ ਕਿ ਹਰੀਸ਼ ਚੰਦਰ ਜੀ ਦਾ ਤਬਾਦਲਾ ਹੋ ਚੁੱਕਾ ਹੈ ਅਤੇ ਨਾਸਿਰ ਇਸ ਹੋਣੀ ਨੂੰ ਸਵੀਕਾਰ ਕਰ ਲੈਂਦਾ ਹੈ ਕਿ ਹੁਣ ਉਹ ਸਾਰੀ ਉਮਰ ਉਹਨਾਂ ਲਈ ਦੁਆ ਕਰੇਗਾ। ਪਰ ਕੱਟੜਤਾ ਇੰਨੀ ਆਸਾਨੀ ਨਾਲ ਹਾਰ ਨਹੀਂ ਮੰਨਦੀ। ਰਾਤ ਨੂੰ ਸੈਰ ਕਰਦੇ ਸਮੇਂ ਇੱਕ ਹਨੇਰੀ ਗਲੀ ਵਿੱਚ ਨਾਸਿਰ ਤੇ ਖੰਜਰ ਨਾਲ ਹਮਲਾ ਹੁੰਦਾ ਹੈ। ਕਰਮਾਂ ਦਾ ਫਲ। ਖੰਜਰ ਨਾਸਿਰ ਨੂੰ ਠੀਕ ਉਸੇ ਥਾਂ ਲੱਗਾ ਜਿੱਥੇ ਉਸਦੇ ਵੱਲੋਂ ਮਾਰਿਆ ਗਿਆ ਖੰਜਰ ਗਰਭਵਤੀ ਫਿਰਦੌਸ ਨੂੰ ਲੱਗਾ ਸੀ। ਸ਼ੱਕ। ਪੁਲਿਸ ਨੂੰ ਨਾਸਿਰ ਨੇ ਦੱਸਿਆ ਕਿ ਹਮਲਾਵਰ ਕੋਈ ਨਿੱਜੀ ਦੁਸ਼ਮਣ ਨਹੀਂ, ਸਗੋਂ ਉਸਦੇ ਵਿਰੁੱਧ ਫਤਵੇ ਤੋਂ ਭੜਕਿਆ ਹੋਇਆ ਕੋਈ ਕੱਟੜਪੰਥੀ ਹੈ। ਕੀ ਨਾਸਿਰ ਦੀ ਸੁਧਰੀ ਹੋਈ ਜ਼ਿੰਦਗੀ ਕੱਟੜਪੰਥ ਦੇ ਇਸ ਹਮਲੇ ਤੋਂ ਬਚ ਸਕੇਗੀ? ਅਤੇ ਨਾਸਿਰ ਦੀ ਅੰਮੀ ਨੂੰ, ਜੋ ਸਾਰੀ ਰਾਤ ਜਾਗੀ ਹੈ, ਹੁਣ ਕਿਹੜੀ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ? ਸੁਣੋ ਪਰਿਵਰਤਨ ਦੀ ਅਗਨੀ ਪ੍ਰੀਖਿਆ ਮਾਨਵ ਪਰਿਚੈ ਵਿੱਚ। ਤੁਸੀਂ ਸੁਣੋਗੇ ਐਪੀਸੋਡ 12, ਫਤਵਾ, ਰਿਹਾਈ ਅਤੇ ਕੱਟੜਪੰਥ ਦਾ ਜਵਾਬੀ ਹਮਲਾ। ਹੁਣ ਸਰਕਾਰੀ ਲਾਇਬ੍ਰੇਰੀ ਤੋਂ ਨਾਸਿਰ ਵੱਲੋਂ ਮੰਗਿਆ ਗਿਆ ਸਾਹਿਤ ਉਸਨੂੰ ਪੜ੍ਹਨ ਲਈ ਮਿਲਣ ਲੱਗ ਪਿਆ ਹੈ। ਚੰਗੇ ਸਾਹਿਤ ਦਾ ਅਸਰ ਉਸ ਤੇ ਉਮੀਦ ਮੁਤਾਬਕ ਚੰਗਾ ਹੋ ਰਿਹਾ ਹੈ। ਨਾਸਿਰ ਅੱਜਕੱਲ ਖੁਦ ਨੂੰ ਬਦਲ ਰਿਹਾ ਹੈ ਅਤੇ ਇੱਕ ਚੰਗਾ ਇਨਸਾਨ ਮਹਿਸੂਸ ਕਰਨ ਲੱਗਾ ਹੈ। ਜੇਲ੍ਹ ਦੇ ਦੂਜੇ ਕੈਦੀ ਅਤੇ ਮੁਲਾਜ਼ਮ ਵੀ ਉਸਦੇ ਬਦਲੇ ਹੋਏ ਰੂਪ ਤੋਂ ਪ੍ਰਭਾਵਿਤ ਹੋਣ ਲੱਗੇ ਹਨ। ਇੱਕ ਕੈਦੀ ਵਿੱਚ ਆਇਆ ਚੰਗਾ ਬਦਲਾਅ ਦੂਜੇ ਕੈਦੀਆਂ ਤੇ ਵੀ ਚੰਗਾ ਅਸਰ ਪਾਉਂਦਾ ਹੈ। ਨਾਸਿਰ ਨੂੰ ਦੇਖ ਕੇ ਕੁਝ ਹੋਰ ਕੈਦੀ ਵੀ ਹੁਣ ਪੜ੍ਹਾਈ ਵੱਲ ਖਿੱਚੇ ਗਏ ਹਨ। ਜੇਲ੍ਹ ਦਾ ਅਜਿਹਾ ਪੱਖੀ ਮਾਹੌਲ ਦੂਰਗਾਮੀ ਚੰਗੇ ਨਤੀਜਿਆਂ ਦੀ ਨੀਂਹ ਹੋ ਸਕਦਾ ਹੈ। ਨਾਸਿਰ ਜਦੋਂ ਇਹ ਸਭ ਕਰ ਰਿਹਾ ਸੀ ਤਾਂ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਅਦਾਲਤ ਵਿੱਚ ਕਹੇ ਉਸਦੇ ਇਹ ਸ਼ਬਦ, ਜੱਜ ਸਾਹਿਬ, ਮੈਂ ਤੁਹਾਨੂੰ ਕਾਫਿਰ ਮੰਨਦਾ ਸੀ, ਪਰ ਤੁਸੀਂ ਤਾਂ ਕਿਸੇ ਮੁਸਲਮਾਨ ਨਾਲੋਂ ਵੀ ਵਧੇਰੇ ਚੰਗੇ ਮੁਸਲਮਾਨ ਹੋ। ਇਸਲਾਮ ਜਿਸਨੂੰ ਇਨਸਾਨ ਕਹਿੰਦਾ ਹੈ, ਤੁਸੀਂ ਉਸਦੀ ਜਿਉਂਦੀ ਜਾਗਦੀ ਮਿਸਾਲ ਹੋ। ਫਿੱਟੇ ਮੂੰਹ ਮੇਰੇ ਤੇ, ਜੋ ਪਾਖੰਡੀ ਮੁਸਲਮਾਨਾਂ ਦੇ ਭਰਮਜਾਲ ਵਿੱਚ ਹੁਣ ਤੱਕ ਜਿਉਂਦਾ ਰਿਹਾ ਹਾਂ। ਉਸਦੇ ਲਈ ਸਿੱਧੀ ਮੁਸੀਬਤ ਦਾ ਕਾਰਨ ਬਣ ਚੁੱਕੇ ਹਨ। ਅਖਬਾਰਾਂ ਵਿੱਚ ਛਪੇ ਉਸਦੇ ਇਹ ਜਜ਼ਬਾਤ ਕੱਟੜਪੰਥੀਆਂ ਨੂੰ ਆਪਣੀ ਆਲੋਚਨਾ ਵਰਗੇ ਲੱਗੇ। ਉਹਨਾਂ ਨੂੰ ਨਾਸਿਰ ਦਾ ਇਹ ਕਹਿਣਾ ਪਸੰਦ ਨਹੀਂ ਆਇਆ। ਫਿਰ ਇੱਕ ਦਿਨ ਉਸਦੇ ਖਿਲਾਫ ਫਤਵਾ ਜਾਰੀ ਕਰ ਦਿੱਤਾ ਗਿਆ, ਜਿਸ ਅਨੁਸਾਰ ਭਾਈਚਾਰੇ ਵਿੱਚ ਉਸਦਾ ਬਾਈਕਾਟ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਫਤਵੇ ਦੇ ਕੁਝ ਦਿਨਾਂ ਵਿੱਚ ਹੀ ਇਹ ਗੱਲ ਨਾਸਿਰ ਤੱਕ ਵੀ ਪਹੁੰਚ ਗਈ। ਫਿਰ ਉਹ ਸੋਚਣ ਲੱਗਾ ਕਿ ਇਹਨਾਂ ਕੱਟੜਪੰਥੀਆਂ ਵਿੱਚ ਇਹ ਕਿਹੋ ਜਿਹਾ ਹੰਕਾਰ ਹੈ। ਇਹ ਖੁਦ ਤਾਂ 100 ਤੋਂ 200 ਸਾਲ ਪੁਰਾਣੇ ਤੰਗ ਵਿਚਾਰਾਂ ਵਿੱਚ ਜੀ ਰਹੇ ਹਨ, ਪਰ ਖੁਦ ਨੂੰ ਮਹਾਨ ਅਤੇ ਸਿਆਣਾ ਮੰਨਣ ਦਾ ਭਰਨ ਪਾਲੀ ਬੈਠੇ ਹਨ। ਬਦਲਿਆ ਹੋਇਆ ਨਾਸਿਰ ਅੱਜ ਮੰਨ ਰਿਹਾ ਹੈ ਕਿ ਇਹਨਾਂ ਵਰਗੇ ਵਿਚਾਰਾਂ ਵਾਲਾ ਹੋਣ ਕਰਕੇ ਹੀ ਉਸਨੇ ਆਪਣੀ ਪਤਨੀ ਫਿਰਦੌਸ ਦਾ ਸਾਥ ਗੁਆ ਦਿੱਤਾ। ਇਹੀ ਬਾਅਦ ਵਿੱਚ ਉਸਦੇ ਜੇਲ੍ਹ ਜਾਣ ਅਤੇ ਇਸੇ ਦੌਰਾਨ ਉਸਦੇ ਅੱਬੂ ਦੇ ਦੇਹਾਂਤ ਦਾ ਕਾਰਨ ਬਣਿਆ। ਜੇਕਰ ਨਾਸਿਰ ਪਹਿਲਾਂ ਵਰਗਾ ਇਨਸਾਨ ਹੁੰਦਾ ਤਾਂ ਉਹ ਆਪਣੇ ਵਿਰੁੱਧ ਫਤਵੇ ਕਾਰਨ ਗਹਿਰੀ ਉਦਾਸੀ ਵਿੱਚ ਡੁੱਬ ਗਿਆ ਹੁੰਦਾ। ਪਰ ਅੱਜ ਦੇ ਨਾਸਿਰ ਨੇ ਇਸ ਫਤਵੇ ਵੱਲ ਧਿਆਨ ਨਾ ਦਿੰਦੇ ਹੋਏ ਇਸ ਨੂੰ ਆਪਣੇ ਮਨ ਤੋਂ ਝਟਕ ਦਿੱਤਾ।
ਹੁਣ ਉਸ ਦੀ ਰਿਹਾਈ ਦੇ ਦਿਨ ਨੇੜੇ ਆ ਰਹੇ ਹਨ। ਉਹ ਦਿਨ ਵੇਲੇ ਜੇਲ੍ਹ ਵਿੱਚ ਤੈਅ ਕੀਤਾ ਕੰਮ ਕਰਦਾ ਹੈ ਅਤੇ ਰਾਤ ਨੂੰ ਮਿਲਿਆ ਸਾਹਿਤ ਪੜ੍ਹਦਾ ਹੈ। ਫਿਰ ਉਹ ਦਿਨ ਵੀ ਆ ਗਿਆ ਜਦੋਂ ਨਾਸਿਰ ਰਿਹਾ ਹੋਇਆ। ਜੇ ਉਸ ਤੇ ਫਤਵਾ ਨਾ ਹੁੰਦਾ ਤਾਂ ਸ਼ਾਇਦ ਉਸ ਦੇ ਕੁਝ ਦੋਸਤ ਜੇਲ੍ਹ ਦੇ ਗੇਟ ਤੇ ਉਸ ਦੇ ਸਵਾਗਤ ਲਈ ਮਿਲਦੇ। ਪਰ ਫਤਵੇ ਕਾਰਨ ਉਸ ਦਾ ਕੋਈ ਵੀ ਦੋਸਤ ਨਹੀਂ ਆਇਆ। ਪਰ ਕੋਈ ਵੀ ਫਤਵਾ ਕਿਸੇ ਮਾਂ ਨੂੰ ਪੁੱਤ ਤੋਂ ਦੂਰ ਹੋਣ ਲਈ ਮਜਬੂਰ ਨਹੀਂ ਕਰ ਸਕਦਾ। ਜੇਲ੍ਹ ਤੋਂ ਰਿਹਾਈ ਵੇਲੇ ਨਾਸਿਰ ਨੂੰ ਉਸ ਦੀ ਅੰਮੀ ਜੇਲ੍ਹ ਦੇ ਗੇਟ ਤੇ ਇੰਤਜ਼ਾਰ ਕਰਦੇ ਹੋਏ ਮਿਲੀ। ਅੰਮੀ ਵਿੱਚ ਇਹਨਾਂ 7-8 ਮਹੀਨਿਆਂ ਵਿੱਚ ਹੀ ਬਹੁਤ ਵੱਡਾ ਬਦਲਾਅ ਸਾਫ਼ ਦੇਖਿਆ ਜਾ ਸਕਦਾ ਹੈ। ਨਾਸਿਰ ਦੇ ਜੇਲ੍ਹ ਜਾਣ ਅਤੇ ਉਸ ਦੇ ਅੱਬੂ ਦੀ ਮੌਤ ਕਾਰਨ ਇਕੱਲੇਪਨ ਦੀ ਨਿਰਾਸ਼ਾ ਨੇ ਉਹਨਾਂ ਨੂੰ ਅਚਾਨਕ ਕਮਜ਼ੋਰ ਕਰ ਦਿੱਤਾ ਹੈ। ਉਹ ਹੁਣ ਆਪਣੀ ਉਮਰ ਤੋਂ 10 ਸਾਲ ਵੱਡੀ ਲੱਗਣ ਲੱਗ ਪਏ ਹਨ। ਨਾਸਿਰ ਅੰਮੀ ਨੂੰ ਮਿਲ ਕੇ ਰੋ ਪਿਆ। ਤਦ ਆਪਣੇ ਪੁੱਤ ਨੂੰ ਸਾਹਮਣੇ ਦੇਖ ਕੇ ਕਮਜ਼ੋਰ ਹੋਈ ਅੰਮੀ ਦਾ ਆਤਮ ਵਿਸ਼ਵਾਸ ਵੱਧ ਗਿਆ। ਉਹਨਾਂ ਨੇ ਨਾਸਿਰ ਨੂੰ ਦਿਲਾਸਾ ਦਿੰਦਿਆਂ ਕਿਹਾ, ਨਾਸਿਰ, ਹੁਣ ਤੁਸੀਂ ਆਜ਼ਾਦ ਹੋ। ਮੈਨੂੰ ਯਕੀਨ ਹੈ ਕਿ ਹੁਣ ਤੁਸੀਂ ਜਲਦੀ ਹੀ ਸਭ ਕੁਝ ਠੀਕ ਕਰ ਲਵੋਗੇ। ਤਦ ਨਾਸਿਰ ਨੇ ਕਿਹਾ, ਅੰਮੀ, ਤੁਸੀਂ ਠੀਕ ਕਹਿ ਰਹੇ ਹੋ। ਪਿਛਲੇ 3 ਸਾਲ ਮੇਰੇ ਲਈ 30 ਸਾਲਾਂ ਦਾ ਤਜਰਬਾ ਦੇ ਕੇ ਗੁਜ਼ਰੇ ਹਨ। ਅੰਮੀ, ਹੁਣ ਮੈਂ ਕੋਈ ਅਜਿਹਾ ਕੰਮ ਨਹੀਂ ਕਰਾਂਗਾ ਜਿਸ ਨਾਲ ਤੁਹਾਨੂੰ ਬੁਰਾ ਮਹਿਸੂਸ ਹੋਵੇ ਜਾਂ ਅੱਗੇ ਹੋਰ ਸ਼ਰਮਿੰਦਾ ਹੋਣਾ ਪਵੇ। ਹੁਣ ਤੋਂ ਮੈਂ ਤੁਹਾਨੂੰ ਖੁਸ਼ ਦੇਖਣਾ ਹੀ ਆਪਣਾ ਸਭ ਤੋਂ ਪਹਿਲਾ ਫਰਜ਼ ਸਮਝਾਂਗਾ। ਫਿਰ ਆਟੋ ਰਿਕਸ਼ਾ ਲੈ ਕੇ ਅੰਮੀ ਅਤੇ ਨਾਸਿਰ ਆਪਣੇ ਘਰ ਲਈ ਰਵਾਨਾ ਹੋ ਗਏ। ਨਾਸਿਰ ਦੇ ਘਰ ਆਉਣ ਨਾਲ ਅੰਮੀ ਦੀ ਜੀਣ ਦੀ ਇੱਛਾ ਫਿਰ ਜਾਗ ਪਈ। ਜਦੋਂ ਜਵਾਨ ਪੁੱਤ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਦੇ ਸੁਪਨਿਆਂ ਬਾਰੇ ਸੋਚ ਕੇ ਉਹਨਾਂ ਦਾ ਮਨ ਦੁਖੀ ਰਹਿੰਦਾ ਸੀ। ਹੁਣ ਰਿਹਾ ਹੋਏ ਪੁੱਤ ਨੂੰ ਉਹ ਚੰਗੇ ਤੋਂ ਚੰਗਾ ਖਾਣਾ ਖਵਾਉਣਾ ਚਾਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ 3 ਸਾਲ ਦੀ ਜੇਲ੍ਹ ਦੇ ਖਾਣੇ ਤੋਂ ਬਾਅਦ ਨਾਸਿਰ ਦੇ ਖਾਣੇ ਨੂੰ ਲੈ ਕੇ ਹੁਣ ਕੋਈ ਨਖਰੇ ਨਹੀਂ ਬਚੇ। ਜੀਣ ਲਈ ਖਾਣਾ ਜ਼ਰੂਰੀ ਹੈ। ਹੁਣ ਇਸੇ ਸੋਚ ਨਾਲ ਨਾਸਿਰ ਜੋ ਮਿਲ ਜਾਵੇ ਉਹੀ ਖਾ ਲੈਂਦਾ ਹੈ। ਹੁਣ ਨਾਸਿਰ ਨੇ ਆਪਣੀ ਆਟੋਮੋਬਾਈਲ ਵਰਕਸ਼ਾਪ ਨੂੰ ਮੁੜ ਚੰਗਾ ਰੂਪ ਦੇਣ ਲਈ ਮਿਹਨਤ ਸ਼ੁਰੂ ਕਰ ਦਿੱਤੀ ਹੈ। ਆਪਣੇ ਵਿੱਚ ਆਏ ਬਦਲਾਅ ਕਾਰਨ ਨਾਸਿਰ ਹੁਣ ਗਾਹਕਾਂ ਨਾਲ ਬਹੁਤ ਨਿਮਰਤਾ ਨਾਲ ਪੇਸ਼ ਆਉਂਦਾ ਹੈ। ਨਾਲ ਹੀ ਉਹ ਮੁਰੰਮਤ ਦੀ ਫੀਸ ਵੀ ਬਾਜ਼ਾਰ ਨਾਲੋਂ ਘੱਟ ਲੈਂਦਾ ਹੈ। ਗਾਹਕਾਂ ਨੂੰ ਖੁਸ਼ ਦੇਖ ਕੇ ਉਸ ਨੂੰ ਸੰਤੁਸ਼ਟੀ ਮਿਲਦੀ ਹੈ। ਇਸ ਤਰ੍ਹਾਂ ਨਾਸਿਰ ਜ਼ਿੰਦਗੀ ਦੀ ਨਵੀਂ ਪਾਰੀ ਵਿੱਚ ਅੰਮੀ ਦੇ ਨਾਲ ਬਹੁਤ ਖੁਸ਼ ਹੈ। ਉਸ ਨੂੰ ਰਿਹਾ ਹੋਏ 10 ਦਿਨ ਹੋਏ ਸਨ ਜਦੋਂ ਉਸਨੇ ਅੰਮੀ ਨੂੰ ਕਿਹਾ, ਅੰਮੀ, ਕੱਲ ਤੁਸੀਂ ਮੇਰੇ ਨਾਲ ਚੱਲਿਓ। ਮੈਂ ਫਿਰਦੌਸ ਅਤੇ ਉਸ ਦੇ ਪਤੀ ਨੂੰ ਮਿਲ ਕੇ ਮੁਆਫੀ ਮੰਗਣੀ ਚਾਹੁੰਦਾ ਹਾਂ। ਅੰਮੀ ਨਾਸਿਰ ਦੇ ਇਹ ਸ਼ਬਦ ਸੁਣ ਕੇ ਹੈਰਾਨ ਰਹਿ ਗਏ ਅਤੇ ਚਿੰਤਤ ਵੀ ਹੋਏ। ਉਹਨਾਂ ਨੇ ਪੁੱਛਿਆ, ਨਾਸਿਰ, ਕੀ ਤੁਸੀਂ ਭੁੱਲ ਗਏ ਹੋ? ਪਿਛਲੀ ਵਾਰ ਮਿਲਣ ਤੇ ਤੁਸੀਂ ਫਿਰਦੌਸ ਤੇ ਜਾਨਲੇਵਾ ਹਮਲਾ ਕੀਤਾ ਸੀ। ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਫਿਰਦੌਸ ਤੁਹਾਡੇ ਨਾਲ ਮਿਲਣਾ ਚਾਹੇਗੀ? ਨਾਸਿਰ ਨੇ ਕਿਹਾ, ਅੰਮੀ, ਤੁਸੀਂ ਠੀਕ ਕਹਿ ਰਹੇ ਹੋ। ਇਹ ਮੁਸ਼ਕਿਲ ਤਾਂ ਲੱਗਦਾ ਹੈ, ਪਰ ਫਿਰਦੌਸ ਦੇ ਪਤੀ ਜੱਜ ਸਾਹਿਬ ਨੇ ਮੈਨੂੰ ਬਹੁਤ ਘੱਟ ਸਜ਼ਾ ਸੁਣਾਈ ਸੀ। ਇਸ ਤੋਂ ਮੈਨੂੰ ਉਮੀਦ ਮਿਲਦੀ ਹੈ ਕਿ ਸ਼ਾਇਦ ਉਹ ਮੈਨੂੰ ਮਿਲਣਾ ਪਸੰਦ ਕਰਨ। ਜੇ ਅਜਿਹਾ ਹੋਇਆ ਤਾਂ ਮੁਆਫੀ ਮੰਗ ਕੇ ਮੇਰੇ ਦਿਲ ਦਾ ਬੋਝ ਹਲਕਾ ਹੋ ਜਾਵੇਗਾ। ਅੰਮੀ ਨੇ ਕਿਹਾ, ਨਾਸਿਰ, ਮੰਨ ਲਓ ਕਿ ਉਹ ਮਿਲਣ ਲਈ ਤਿਆਰ ਵੀ ਹੋ ਜਾਣ, ਫਿਰ ਵੀ ਪੁੱਤ ਮੈਨੂੰ ਹੁਣ ਤੁਹਾਡਾ ਫਿਰਦੌਸ ਨੂੰ ਮਿਲਣਾ ਠੀਕ ਨਹੀਂ ਲੱਗਦਾ। ਉਹ ਹੁਣ ਆਪਣੇ ਨਵੇਂ ਘਰ ਵਿੱਚ ਖੁਸ਼ ਹੈ। ਉਸ ਨੂੰ ਅਤੀਤ ਦੀਆਂ ਗੱਲਾਂ ਯਾਦ ਕਰਵਾਉਣਾ ਚੰਗੀ ਗੱਲ ਨਹੀਂ ਹੈ। ਨਾਸਿਰ ਨੂੰ ਅੰਮੀ ਦੀ ਗੱਲ ਸਹੀ ਲੱਗੀ ਅਤੇ ਉਹ ਚੁੱਪ ਹੋ ਗਿਆ। ਅੱਜ ਦਾ ਨਾਸਿਰ ਪਹਿਲਾਂ ਵਾਲੇ ਨਾਸਿਰ ਤੋਂ ਵੱਖਰਾ ਹੋ ਗਿਆ ਹੈ। ਹੁਣ ਉਹ ਗੱਲ ਦੀ ਗਹਿਰਾਈ ਨੂੰ ਸਮਝਣ ਦੇ ਕਾਬਿਲ ਹੈ। ਅਸਲ ਵਿੱਚ ਅੰਮੀ ਨੇ ਨਾਸਿਰ ਤੋਂ ਇਹ ਗੱਲ ਛੁਪਾ ਲਈ ਸੀ ਕਿ ਜਾਣ ਤੋਂ ਪਹਿਲਾਂ ਫਿਰਦੌਸ ਅਤੇ ਹਰੀਸ਼ ਚੰਦਰ ਜੀ ਉਸ ਦੇ ਅੱਬੂ ਦੀ ਮੌਤ ਤੇ ਦੁੱਖ ਵੰਡਾਉਣ ਆਏ ਸਨ। ਉਸ ਸਮੇਂ ਉਹ ਫਲ ਅਤੇ ਮੇਵੇ ਦੇ ਪੈਕੇਟ ਵੀ ਲਿਆਏ ਸਨ। ਅੰਮੀ ਨੇ ਉਹਨਾਂ ਵਿੱਚ ਇਨਸਾਨੀਅਤ ਦੇਖੀ ਸੀ। ਉਹਨਾਂ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਹਨਾਂ ਦੇ ਪੁੱਤ ਨੇ ਇੰਨੀ ਚੰਗੀ ਕੁੜੀ ਦੀ ਕਦਰ ਨਹੀਂ ਕੀਤੀ। ਫਿਰਦੌਸ ਕਿਸਮਤ ਨਾਲ ਮਿਲੀ ਸੀ, ਪਰ ਨਾਸਿਰ ਨੇ ਆਪਣੀ ਗਲਤੀ ਕਾਰਨ ਉਸ ਨੂੰ ਗੁਆ ਦਿੱਤਾ। ਅੰਮੀ ਹੁਣ ਚਾਹੁੰਦੇ ਹਨ ਕਿ ਫਿਰਦੌਸ ਆਪਣੀ ਨਵੀਂ ਦੁਨੀਆ ਵਿੱਚ ਸੁਖੀ ਰਹੇ ਅਤੇ ਨਾਸਿਰ ਦਾ ਪਰਛਾਵਾਂ ਵੀ ਉਸ ਤੇ ਨਾ ਪਵੇ। ਜਦੋਂ ਅੰਮੀ ਨੇ ਨਾਸਿਰ ਨੂੰ ਮਨਾ ਲਿਆ ਤਾਂ ਉਹਨਾਂ ਨੇ ਆਪਣੇ ਪੁੱਤ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀ। ਹਾਲਾਂਕਿ ਉਹ ਜਾਣਦੇ ਸਨ ਕਿ ਫਿਰਦੌਸ ਸ਼ਹਿਰ ਛੱਡ ਚੁੱਕੀ ਹੈ, ਫਿਰ ਵੀ ਉਹਨਾਂ ਨੇ ਕਿਹਾ, ਠੀਕ ਹੈ ਪੁੱਤ, ਤੁਹਾਡਾ ਮਕਸਦ ਨੇਕ ਹੈ। ਕੱਲ ਮੈਂ ਤੁਹਾਡੇ ਨਾਲ ਚੱਲਾਂਗੀ। ਜੇ ਅਸੀਂ ਉਹਨਾਂ ਨੂੰ ਮਿਲ ਸਕੇ ਤਾਂ ਉਹਨਾਂ ਦੇ ਬੱਚੇ ਲਈ ਤੋਹਫਾ ਵੀ ਲੈ ਕੇ ਜਾਵਾਂਗੇ। ਅਗਲੇ ਦਿਨ ਜਦੋਂ ਉਹ ਬੰਗਲੇ ਵਾਲੇ ਇਲਾਕੇ ਵਿੱਚ ਗਏ ਤਾਂ ਨਾਸਿਰ ਨੂੰ ਪਤਾ ਲੱਗਾ ਕਿ ਹਰੀਸ਼ ਚੰਦਰ ਜੀ ਦਾ ਤਬਾਦਲਾ ਹੋ ਚੁੱਕਾ ਹੈ ਅਤੇ ਉਹ ਦੂਜੇ ਸ਼ਹਿਰ ਚਲੇ ਗਏ ਹਨ। ਤਦ ਨਾਸਿਰ ਨੇ ਕਿਹਾ,
ਅੰਮੀ, ਤੁਸੀਂ ਸੱਚ ਕਹਿੰਦੇ ਸੀ ਕਿ ਹੁਣ ਮੈਨੂੰ ਫਿਰਦੌਸ ਨੂੰ ਨਹੀਂ ਮਿਲਣਾ ਚਾਹੀਦਾ। ਅੱਜ ਉਹੀ ਹੋਇਆ ਜੋ ਠੀਕ ਹੈ। ਹੁਣ ਮੈਂ ਇਹ ਮੁਆਫੀ ਦਾ ਭਾਵ ਆਪਣੇ ਦਿਲ ਵਿੱਚ ਹੀ ਰੱਖਾਂਗਾ ਅਤੇ ਹਮੇਸ਼ਾ ਉਹਨਾਂ ਦੀ ਖੁਸ਼ਹਾਲੀ ਲਈ ਦੁਆ ਕਰਾਂਗਾ। ਨਾਸਿਰ ਦੀ ਨਵੀਂ ਜ਼ਿੰਦਗੀ ਵਿੱਚ ਦੋ ਗੱਲਾਂ ਉਲਟ ਹਨ। ਪਹਿਲੀ, ਲੋਕ ਪਿੱਠ ਪਿੱਛੇ ਉਸ ਨੂੰ ਕੈਦੀ ਕਹਿਣ ਲੱਗੇ ਹਨ। ਦੂਜੀ, ਫਤਵੇ ਕਾਰਨ ਕੱਟੜ ਲੋਕ ਉਸ ਦੇ ਦੁਸ਼ਮਣ ਬਣ ਗਏ ਹਨ। ਜਿਹੜੇ ਕੱਟੜ ਨਹੀਂ ਹਨ, ਉਹ ਵੀ ਉਸ ਦੇ ਨਾਲ ਦਿਖ ਕੇ ਮੁਸੀਬਤ ਨਹੀਂ ਸਹੇੜਨਾ ਚਾਹੁੰਦੇ। ਉਸ ਦੇ ਪੁਰਾਣੇ ਦੋਸਤਾਂ ਨੇ ਵੀ ਉਸ ਤੋਂ ਦੂਰੀ ਬਣਾ ਲਈ ਹੈ। ਪਰ ਵਰਕਸ਼ਾਪ ਵਿੱਚ ਉਸ ਨੂੰ ਜ਼ਿਆਦਾ ਮੁਸ਼ਕਿਲ ਨਹੀਂ ਆ ਰਹੀ ਕਿਉਂਕਿ ਜ਼ਿਆਦਾਤਰ ਗਾਹਕ ਹੋਰ ਧਰਮਾਂ ਦੇ ਹਨ, ਜੋ ਘੱਟ ਖਰਚੇ ਵਿੱਚ ਚੰਗੇ ਕੰਮ ਕਾਰਨ ਉਸ ਕੋਲ ਆ ਰਹੇ ਹਨ। ਉਸ ਦੇ ਕਾਮੇ ਵੀ ਉਸ ਦੇ ਨਾਲ ਖੜੇ ਹਨ ਕਿਉਂਕਿ ਨਾਸਿਰ ਉਹਨਾਂ ਨੂੰ ਚੰਗੀ ਤਨਖਾਹ ਅਤੇ ਪਿਆਰ ਦਿੰਦਾ ਹੈ। ਰਿਹਾਈ ਦੇ 1 ਮਹੀਨੇ ਬਾਅਦ ਇੱਕ ਰਾਤ ਜਦੋਂ ਨਾਸਿਰ ਪਾਨ ਖਾਣ ਲਈ ਘਰੋਂ ਨਿਕਲਿਆ ਤਾਂ ਹਨੇਰੀ ਗਲੀ ਵਿੱਚ ਕਿਸੇ ਨੇ ਉਸ ਤੇ ਖੰਜਰ ਨਾਲ ਹਮਲਾ ਕਰ ਦਿੱਤਾ ਅਤੇ ਹਨੇਰੇ ਵਿੱਚ ਫਰਾਰ ਹੋ ਗਿਆ। ਨਾਸਿਰ ਨੂੰ ਖੰਜਰ ਠੀਕ ਉਸੇ ਥਾਂ ਲੱਗਾ ਜਿੱਥੇ ਉਸਨੇ ਫਿਰਦੌਸ ਨੂੰ ਮਾਰਿਆ ਸੀ। ਉਹ ਦਰਦ ਨਾਲ ਚੀਕਦਾ ਹੋਇਆ ਸੜਕ ਤੇ ਡਿੱਗ ਪਿਆ। ਕੁਝ ਦੇਰ ਬਾਅਦ ਇੱਕ ਆਟੋ ਵਾਲੇ ਨੇ ਉਸ ਦੀ ਮਦਦ ਕੀਤੀ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ। ਨਾਸਿਰ ਨੇ ਉਸ ਨੂੰ 1000 ਰੁਪਏ ਇਨਾਮ ਵਜੋਂ ਦਿੱਤੇ। ਹਸਪਤਾਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਉਸ ਦਾ ਬਿਆਨ ਲਿਆ। ਪੁਲਿਸ ਇੰਸਪੈਕਟਰ ਨੇ ਪੁੱਛਿਆ, ਕੀ ਤੁਹਾਨੂੰ ਕਿਸੇ ਖਾਸ ਇਨਸਾਨ ਤੇ ਸ਼ੱਕ ਹੈ? ਨਾਸਿਰ ਨੇ ਜਵਾਬ ਦਿੱਤਾ, ਮੇਰਾ ਕੋਈ ਨਿੱਜੀ ਦੁਸ਼ਮਣ ਨਹੀਂ ਹੈ। ਜਿਸਨੇ ਵੀ ਹਮਲਾ ਕੀਤਾ ਹੈ, ਉਹ ਮੇਰੇ ਵਿਰੁੱਧ ਫਤਵੇ ਤੋਂ ਭੜਕਿਆ ਹੋਇਆ ਕੋਈ ਕੱਟੜਪੰਥੀ ਹੈ। ਉਧਰ ਅੰਮੀ ਸਾਰੀ ਰਾਤ ਪਰੇਸ਼ਾਨ ਰਹੀ ਅਤੇ ਨਾਸਿਰ ਨੂੰ ਫੋਨ ਕਰਦੀ ਰਹੀ। ਉਸਨੇ ਸਾਰੀ ਰਾਤ ਜਾਗ ਕੇ ਗੁਜ਼ਾਰੀ। ਹੁਣ ਸੁਣੋ ਮਾਨਵ ਪਰਿਚੈ ਦੇ ਇਸ ਐਪੀਸੋਡ ਦੀ ਸਮੀਖਿਆ ਅਤੇ ਮਾਰਗਦਰਸ਼ਨ। ਉਪ ਸਿਰਲੇਖ, ਫਤਵਾ, ਰਿਹਾਈ ਅਤੇ ਕੱਟੜਪੰਥ ਦਾ ਜਵਾਬੀ ਹਮਲਾ। ਇਹ ਐਪੀਸੋਡ ਨਾਸਿਰ ਦੇ ਬਦਲਾਅ ਅਤੇ ਕੱਟੜ ਸਮਾਜ ਦੀ ਪ੍ਰਤੀਕਿਰਿਆ ਨੂੰ ਦਿਖਾਉਂਦਾ ਹੈ। 1. ਸੱਚ ਬੋਲਣ ਦੀ ਕੀਮਤ। ਨਾਸਿਰ ਦੇ ਅਦਾਲਤ ਵਿੱਚ ਕਹੇ ਪਛਤਾਵੇ ਦੇ ਸ਼ਬਦਾਂ ਨੇ ਉਸ ਨੂੰ ਆਪਣੇ ਹੀ ਸਮਾਜ ਵਿੱਚ ਇਕੱਲਾ ਕਰ ਦਿੱਤਾ। ਸਮਾਜਿਕ ਬਾਈਕਾਟ। ਫਤਵਾ ਦਿਖਾਉਂਦਾ ਹੈ ਕਿ ਕੱਟੜਤਾ ਕਿੰਨੀ ਤੰਗ ਦਿਲ ਹੈ। ਨਾਸਿਰ ਦਾ ਇਸ ਨੂੰ ਨਜ਼ਰਅੰਦਾਜ਼ ਕਰਨਾ ਉਸ ਦੀ ਮਾਨਸਿਕ ਮਜ਼ਬੂਤੀ ਦਾ ਸਬੂਤ ਹੈ। 2. ਮੁਆਫੀ ਅਤੇ ਇਨਸਾਨੀਅਤ। ਨਾਸਿਰ ਦਾ ਫਿਰਦੌਸ ਤੋਂ ਮੁਆਫੀ ਮੰਗਣ ਦਾ ਫੈਸਲਾ ਉਸ ਦੀ ਨੈਤਿਕ ਉਚਾਈ ਨੂੰ ਦਿਖਾਉਂਦਾ ਹੈ। ਅੰਮੀ ਦਾ ਵਿਵੇਕ। ਅੰਮੀ ਉਸ ਨੂੰ ਰੋਕ ਕੇ ਫਿਰਦੌਸ ਦੀ ਖੁਸ਼ਹਾਲ ਜ਼ਿੰਦਗੀ ਨੂੰ ਬਚਾਉਂਦੇ ਹਨ। ਨਾਸਿਰ ਦੀ ਰਿਹਾਈ ਉਸ ਦੇ ਕਰਮਾਂ ਤੇ ਆਧਾਰਿਤ ਹੈ। ਉਸ ਦਾ ਨਿਮਰ ਸੁਭਾਅ ਅਤੇ ਇਮਾਨਦਾਰੀ ਸਾਬਿਤ ਕਰਦੀ ਹੈ ਕਿ ਕੱਟੜਤਾ ਨਾਲੋਂ ਇਨਸਾਨੀਅਤ ਵੱਡੀ ਹੈ। ਕਾਵਿਕ ਨਿਆਂ। ਨਾਸਿਰ ਤੇ ਹਮਲਾ ਉਸ ਦੇ ਪੁਰਾਣੇ ਪਾਪ ਦੀ ਯਾਦ ਦਿਵਾਉਂਦਾ ਹੈ। ਖੰਜਰ ਦਾ ਉਸੇ ਥਾਂ ਲੱਗਣਾ ਇੱਕ ਤਰ੍ਹਾਂ ਦਾ ਇਨਸਾਫ ਹੈ। ਨਤੀਜਾ ਇਹ ਹੈ ਪਪਾਈ, ਸੱਸਾ ਔਰ ਡੱਡਾ ਦਿਖਾਉਂਦਾ ਹੈ ਕਿ ਖੁਦ ਨੂੰ ਬਦਲਣ ਵਾਲੇ ਨੂੰ ਕਿਵੇਂ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਪੀਸੋਡ 12 ਸਮਾਪਤ।